ਹਾਂਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਲਰਨ ਵਿਦ ਦੀਪ ਚੈਨਲ ਵਿੱਚ। ਪ੍ਰੀਵੀਅਸ ਵੀਡੀਓ ਵਿੱਚ ਅਸੀਂ ਕਲਾਸ 6 ਦਾ 8th ਚੈਪਟਰ ਬੋਡੀ ਮੂਵਮੈਂਟ ਸਟਾਰਟ ਕੀਤਾ ਸੀਗਾ, ਜਿਹਦੇ ਵਿੱਚ ਅਸੀਂ ਪੜ੍ਹਿਆ ਸੀਗਾ ਵੀ ਜਿਹੜੀ ਸਾਡੀ ਬੋਡੀ ਵਿੱਚ ਮੂਵਮੈਂਟਸ ਹੁੰਦੀਆਂ ਨੇਗੀਆਂ ਉਹ ਜੁਆਇੰਟਸ ਕਰਕੇ ਹੁੰਦੀਆਂ ਨੇਗੀਆਂ। ਅਤੇ ਜੁਆਇੰਟਸ ਕੀ ਹੁੰਦੇ ਨੇਗੇ, ਜਿੱਥੇ ਸਾਡੀ ਜਿਹੜੀ ਬੋਨਸ ਨੇਗੀਆਂ ਦੋ ਬੋਨਸ ਆ ਕੇ ਮੀਟ ਕਰਦੇ ਨੇ ਉਹਨਾਂ ਨੂੰ ਆਪਾਂ ਜੁਆਇੰਟਸ ਕਹਿੰਦੇ ਹੈਗੇ। ਅੱਜ ਅਸੀਂ ਪੜ੍ਹਨਾ ਹੈ ਇਸ ਵੀਡੀਓ ਵਿੱਚ ਵੀ ਜਿਹੜੇ ਜੁਆਇੰਟਸ ਨੇਗੇ ਉਹ ਕਿਹੜੇ ਕਿਹੜੇ ਹੁੰਦੇ ਨੇਗੇ ਅਤੇ ਵੱਖ-ਵੱਖ ਜੁਆਇੰਟਸ ਬਾਰੇ ਆਪਾਂ ਗੱਲ ਕਰਨੀ ਆ। ਸਭ ਤੋਂ ਪਹਿਲਾਂ ਜਿਹੜੇ ਸਟੂਡੈਂਟਸ ਫਸਟ ਟਾਈਮ ਇਸ ਚੈਨਲ 'ਤੇ ਵਿਜ਼ਿਟ ਕਰ ਰਹੇ ਨੇਗੇ, ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ। ਚਲੋ ਇਹ ਸਟਾਰਟ ਕਰ ਦਿਆਂਗੇ। ਸਭ ਤੋਂ ਪਹਿਲਾਂ ਜਿਹੜਾ ਜੁਆਇੰਟ ਹੈ ਉਹ ਹੈਗਾ ਬਾਲ ਐਂਡ ਸੌਕਟ ਜੁਆਇੰਟ। ਇਹਦੇ ਲਈ ਆਪਾਂ ਐਕਟੀਵਿਟੀ 2 ਕਰਨੀ ਹੈਗੀ, ਜਿਹਦੇ ਵਿੱਚ ਕੀ ਕਰਨਾ ਹੈਗਾ, ਰੋਲ ਆ ਸਟ੍ਰਿਪ ਆਫ ਪੇਪਰ ਇਨਟੂ ਅ ਸਿਲੰਡਰ। ਕਹਿੰਦੇ ਇੱਕ ਪੇਪਰ ਲੈਣਾ ਗਾ, ਪੇਪਰ ਦੀ ਸ਼ੀਟ ਨੂੰ ਰੋਲ ਕਰਕੇ ਜਿਸ ਤਰ੍ਹਾਂ ਸਿਲੰਡਰ ਹੁੰਦਾ ਗਾ, ਸਿਲੰਡਰ ਦੇ ਰੂਪ ਦਾ ਉਹਨੂੰ ਰੋਲ ਕਰਕੇ ਬਣਾਉਣਾ ਗਾ। ਮੇਕ ਅ ਸਮਾਲ ਹੋਲ ਇਨ ਐਨ ਓਲਡ ਰਬਰ ਔਰ ਪਲਾਸਟਿਕ ਬॉल ਐਂਡ ਪੁਸ਼ ਦ ਪੇਪਰ ਸਿਲੰਡਰ ਇਨਟੂ ਇਟ ਐਜ਼ ਇਨ ਫਿਗਰ 8.2। ਜਿਵੇਂ ਕਹਿੰਦੇ 8.2 ਫਿਗਰ 'ਤੇ ਦਿਖਾਇਆ ਗਿਆ ਹੈਗਾ, ਉਸ ਤਰ੍ਹਾਂ ਇੱਕ ਰਬੜ ਦੀ ਪੁਰਾਣੀ ਜਾਂ ਪਲਾਸਟਿਕ ਦੀ ਬॉल ਲੈਣੀ ਹੈਗੀ, ਉਹਦੇ ਵਿੱਚ ਇੱਕ ਹੋਲ ਕਰਨਾ ਗਾ, ਅਤੇ ਉਸ ਹੋਲ ਦੇ ਜਿਹੜਾ ਅਸੀਂ ਸਿਲੰਡਰ ਬਣਾਇਆ ਹੈਗਾ ਪੇਪਰ ਦਾ ਉਹਨੂੰ ਫਿਕਸ ਕਰਨਾ ਗਾ। ਯੂ ਕੈਨ ਆਲਸੋ ਸਟਿਕ ਦ ਸਿਲੰਡਰ ਔਨ ਦ ਵॉल। ਕਹਿੰਦੇ ਤੁਸੀਂ ਜਿਹੜਾ ਸਿਲੰਡਰ ਬਣਾਇਆ ਹੈਗਾ ਉਹਨੂੰ ਚਿਪਕਾ ਵੀ ਸਕਦੇ ਹੋਗੇ ਬॉल 'ਤੇ। ਪੁੱਟ ਦ ਬॉल ਇਨ ਅ ਸਮਾਲ ਬॉल। ਉਸ ਤੋਂ ਬਾਅਦ ਜਿਹੜੀ ਬॉल ਸੀਗੀ ਉਹਨੂੰ ਇੱਕ ਕਟੋਰੀ 'ਚ ਪਾਉਣਾ ਗਾ। ਇਨ ਦ ਬॉल ਰੋਟੇਟਿੰਗ ਫਰੀਲੀ ਇਜ਼ ਦ ਬॉल ਰੋਟੇਟਿੰਗ ਫਰੀਲੀ ਇਨਸਾਈਡ ਦ ਬॉल। ਕੀ ਕਹਿੰਦੇ ਜਿਹੜੀ ਬॉल ਸੀਗੀ ਉਹ ਕਟੋਰੀ ਦੇ ਵਿੱਚ ਈਜ਼ਲੀ ਫਰੀਲੀ ਮਤਲਬ ਪੂਰੀ ਤਰ੍ਹਾਂ ਮੂਵ ਕਰ ਰਹੀ ਹੈਗੀ। ਇਜ਼ ਦ ਪੇਪਰ ਸਿਲੰਡਰ ਆਲਸੋ ਰੋਟੇਟਿੰਗ। ਕੀ ਕਹਿੰਦੇ ਜਿਹੜਾ ਪੇਪਰ ਦਾ ਅਸੀਂ ਸਿਲੰਡਰ ਬਣਾਇਆ ਸੀ ਉਹ ਵੀ ਰੋਟੇਟ ਕਰ ਰਿਹਾ ਹੈਗਾ। ਇਹ ਤੁਸੀਂ ਐਕਟੀਵਿਟੀ ਕਰਕੇ ਦੇਖਣਗੇ ਜਿਹਦੇ 'ਚ ਵੀ ਜਿਹੜਾ ਪੇਪਰ ਦਾ ਸਿਲੰਡਰ ਬਣਾਇਆ ਉਹ ਰੋਟੇਟ ਕਰ ਰਿਹਾ ਹੈਗਾ, ਅਤੇ ਜਿਹੜੀ ਬॉल ਹੈਗੀ ਉਹ ਰੋਟੇਟ ਕਰ ਰਹੀ ਜਿਹਨੂੰ ਅਸੀਂ ਕਟੋਰੀ 'ਚ ਪਾਇਆ ਸੀਗਾ। ਨਾਓ ਇਮੈਜਿਨ ਦੈਟ ਦ ਪੇਪਰ ਸਿਲੰਡਰ ਇਜ਼ ਯੂਅਰ ਆਰਮ। ਹੁਣ ਕਹਿੰਦੇ ਇਹ ਇਮੈਜਿਨ ਕਰੋ ਵੀ ਜਿਹੜਾ ਪੇਪਰ ਦਾ ਸਿਲੰਡਰ ਬਣਾਇਆ ਸੀ ਉਹ ਕਿ ਤੁਹਾਡੀ ਆਰਮ ਆ, ਤੁਹਾਡੀ ਬਾਂਹ ਗੀ, ਐਂਡ ਦ ਵॉल ਇਜ਼ ਇਟਸ ਐਂਡ। ਅਤੇ ਜਿਹੜੀ ਬॉल ਬਣਾਈ ਸੀ ਅਸੀਂ ਉਹਦੇ ਐਂਡ 'ਤੇ ਬॉल ਪਾਈ ਸੀਗੀ ਉਹ ਕੀ ਆ, ਉਹ ਸਾਡੀ ਬਾਂਹ ਦਾ ਐਂਡ ਹੈਗਾ। ਦ ਬॉल ਇਜ਼ ਜਿਹੜੀ ਬॉल ਇਜ਼ ਲਾਈਕ ਦ ਪਾਰਟ ਆਫ ਦ ਸ਼ੋਲਡਰ ਟੂ ਵਿਚ ਯੂਅਰ ਆਰਮ ਇਜ਼ ਜੁਆਇੰਡ। ਜਿਹੜੀ ਹੁਣ ਕਹਿੰਦੀ ਬॉल ਜਿਹੜੀ ਕਟੋਰੀ ਸੀਗੀ ਉਹ ਕਿਵੇਂ, ਜਿਹੜੀ ਸਾਡਾ ਮੋਢੇ ਵਾਲਾ ਜਿਹੜਾ ਸ਼ੋਲਡਰ ਵਾਲਾ ਜੁਆਇੰਟ ਹੁੰਦਾ ਗਾ ਜਿੱਥੇ ਸਾਡੀ ਆਰਮ ਜੁੜੀ ਹੁੰਦੀ ਹੈਗੀ, ਉਹਦੇ ਤਰ੍ਹਾਂ ਜਿਹੜੀ ਬॉल ਹੈਗੀ ਉਹ ਐਕਟ ਕਰ ਰਹੀ ਹੈਗੀ। ਕਟੋਰੀ ਜਿਹੜੀ ਉਹ ਸਾਡੇ ਮੋਢੇ ਵਾਲੇ ਜੁਆਇੰਟ ਦੀ ਤਰ੍ਹਾਂ ਐਕਟ ਕਰ ਰਹੀ ਹੈਗੀ। ਦ ਰਾਊਂਡਡ ਐਂਡ ਆਫ ਦ ਬੋਨ ਫਿਟਸ ਇਨਟੂ ਦ ਕੈਵਿਟੀ ਆਫ ਦ ਅਦਰ ਬੋਨ। ਜਿਵੇਂ 8.3 ਫਿਗਰ ਹੈ ਕਹਿੰਦੇ ਉਹਦੇ 'ਚ ਦਿਖਾਇਆ ਗਿਆ ਗਾ ਵੀ ਜਿਹੜਾ ਰਾਊਂਡਡ ਐਂਡ ਹੁੰਦਾ ਗਾ ਬੋਨ ਦਾ ਉਹਨੂੰ ਫਿੱਟ ਕੀਤਾ ਗਿਆ ਹੁੰਦਾ ਇੱਕ ਕੈਵਿਟੀ ਦੇ ਵਿੱਚ। ਕੈਵਿਟੀ ਕਿੰਨੀ ਖਾਲੀ ਜਗ੍ਹਾ ਹੁੰਦੀ ਗੀ ਜਿੱਥੇ ਉਹਨੂੰ ਫਿੱਟ ਕੀਤਾ ਜਾਂਦਾ ਗਾ। ਉਸ ਤਰ੍ਹਾਂ ਸਾਡੇ ਮੋਢੇ ਵਾਲਾ ਜਿਹੜਾ ਸ਼ੋਲਡਰ ਵਾਲਾ ਜੁਆਇੰਟ ਹੈਗਾ ਉਹ ਕਿਸ ਤਰ੍ਹਾਂ ਦਾ ਗਾ, ਵੀ ਇੱਕ ਖਾਲੀ ਕੈਵਿਟੀ ਹੈਗੀ ਬॉल ਜਿਵੇਂ ਕਟੋਰੀ ਦੀ ਤਰ੍ਹਾਂ, ਅਤੇ ਉਹਦੇ ਵਿੱਚ ਕੀ ਕੀਤੀ ਕਿ ਫਿਕਸ ਕੀਤੀ ਗਈ ਹੈ ਕਿ ਰਾਊਂਡਡ ਸ਼ੇਪ ਦੀ ਵॉल ਦੀ ਤਰ੍ਹਾਂ ਦੀ ਜਿਹੜੀ ਬੋਨ ਹੈਗੀ। Can you name another such joint? You can think of recollecting the body movements we tried at the beginning of this section। ਜਦੋਂ ਕਹਿੰਦੇ ਇਸ ਚੈਪਟਰ ਸਟਾਰਟ ਕੀਤਾ ਸੀ ਅਸੀਂ ਕਾਫੀ ਸਾਰੇ ਜੁਆਇੰਟਸ ਪੜ੍ਹੇ ਸੀਗੇ। ਕਹਿੰਦੇ ਕਿ ਤੁਸੀਂ ਹੋਰ ਜੁਆਇੰਟਸ ਦੇ ਨੇਮ ਦੱਸ ਸਕਦੇ ਹੋ ਜਿਹੜੇ ਇਸ ਤਰ੍ਹਾਂ ਦੇ ਹੈਗੇ, ਜਿਹੜੀ ਇੱਕ ਜਿਵੇਂ ਉਹਦੇ ਹੋਲੋ ਕੈਵਿਟੀ ਦੇ ਵਿੱਚ ਜਿਹੜੀ ਦੂਸਰੀ ਰਾਊਂਡਡ ਬੋਨ ਆ ਗਈ ਉਹ ਫਿੱਟ ਕੀਤੀ ਹੋਈ। ਇੱਕ ਤਾਂ ਦੇਖਿਆ ਜਿਹੜਾ ਸਾਡੇ ਸ਼ੋਲਡਰ ਵਾਲਾ ਜੁਆਇੰਟ ਹੈਗਾ ਉਹ ਇਸ ਤਰ੍ਹਾਂ ਦਾ ਗਾ। ਦੂਸਰਾ ਜੁਆਇੰਟ ਹੈਗਾ ਪਿਵਟਲ ਜੁਆਇੰਟ। ਪਿਵਟਲ ਜੁਆਇੰਟ ਕੀ ਹੁੰਦਾ ਗਾ, ਦ ਜੁਆਇੰਟ ਵੇਅਰ ਆਵਰ ਨੈਕ ਜੁਆਇੰਟਸ ਦ ਹੈਡ ਇਜ਼ ਪਿਵਟਲ ਜੁਆਇੰਟ। ਇਹ ਉਹ ਜੁਆਇੰਟ ਹੁੰਦਾ ਗਾ ਜਿੱਥੇ ਸਾਡੀ ਨੈਕ ਆ ਗਈ, ਸਾਡੀ ਗਰਦਨ ਸਿਰ ਦੇ ਨਾਲ ਜੁਆਇੰਟ ਕਰ ਦੇਗੀ, ਉਸ ਜੁਆਇੰਟ ਨੂੰ ਆਪਾਂ ਕਹਿਣਗੇ ਪਿਵਟਲ ਜੁਆਇੰਟ। ਇਟ ਅਲਾਉਸ ਅਸ ਟੂ ਬੈਂਡ It allows us to bend our head forward and backward and turn the head to our right or left। ਕਹਿੰਦੀ ਇਸ ਜੁਆਇੰਟ ਦੇ ਨਾਲ ਅਸੀਂ ਆਪਣੇ ਸਿਰ ਨੂੰ ਅੱਗੇ ਪਿੱਛੇ ਤੇ ਇੱਧਰ ਉੱਧਰ ਜਿਹੜਾ ਸੱਜੇ ਖੱਬੇ ਕਰ ਸਕਦੇ ਹਾਂ, ਬੈਂਡ ਕਰ ਸਕਦੇ ਹਾਂਗੇ। ਟਰਾਈ ਥੀਸ ਮੂਵਮੈਂਟਸ, ਇਹਨਾਂ ਮੂਵਮੈਂਟਸ ਨੂੰ ਕਹਿੰਦੇ ਟਰਾਈ ਕਰੋ। ਹਾਊ ਆਰ ਥੀਸ ਮੂਵਮੈਂਟਸ ਡਿਫਰੈਂਟ ਫਰੋਮ ਦੋਸ ਆਵਰ ਆਰਮ ਦੈਟ ਕੈਨ ਰੋਟੇਟ ਅ ਕੰਪਲੀਟ ਸਰਕਲ ਇਨ ਇਟਸ ਵॉल ਐਂਡ ਸੌਕਟ ਜੁਆਇੰਟ। ਕਹਿੰਦੇ ਅਸੀਂ ਬॉल ਐਂਡ ਸੌਕਟ ਜੁਆਇੰਟ ਦੇਖਿਆ ਸੀ ਕਿ ਤੁਸੀਂ ਇਹ
ਦੇਖੋ ਵੀ ਜਿਹੜੀ ਨਾ ਬॉल ਐਂਡ ਸੌਕਟ ਜੁਆਇੰਟ ਜਿਹੜਾ ਪਿਵਟਲ ਜੁਆਇੰਟ ਉਹ ਕਿਵੇਂ ਡਿਫਰੈਂਟ ਹੈਗਾ। ਜਿਹੜਾ ਅਸੀਂ ਆਪਣਾ ਹੈਡ ਹੈਗਾ ਉਹਨੂੰ ਅਸੀਂ ਬੈਕਵਰਡ ਤੇ ਫਾਰਵਰਡ ਲੈਫਟ ਤੇ ਰਾਈਟ ਰੋਟੇਟ ਕਰ ਸਕਦੇ ਹਾਂਗੇ, ਪਰ ਜਿਹੜੀ ਆਪਣਾ ਆਮ ਵਾਲਾ ਜੁਆਇੰਟ ਸੀਗਾ ਬॉल ਐਂਡ ਸੌਕਟ ਜੁਆਇੰਟ ਸੀਗਾ ਉਹਨੂੰ ਅਸੀਂ ਆਲ ਡਾਇਰੈਕਸ਼ਨ 'ਚ ਮੂਵ ਕਰ ਸਕਦੇ ਸੀਗੇ। ਤੇ ਇਹ ਕਿਵੇਂ ਡਿਫਰੈਂਟ ਨੇਗੇ। ਇਹਨਾਂ ਪਿਵਟਲ ਜੁਆਇੰਟ ਅ ਸਿਲਿੰਡਰੀਕਲ ਬੋਨ ਰੋਟੇਟ ਇਨ ਅ ਰਿੰਗ। ਕਹਿੰਦੇ ਜਿਹੜਾ ਪਿਵਟਲ ਜੁਆਇੰਟ ਹੈਗਾ ਇਹਦੇ ਵਿੱਚ ਕੀ ਹੁੰਦੇ ਕਿ ਜਿਹੜਾ ਸਿਲਿੰਡਰੀਕਲ ਉਹਦੇ ਵਿੱਚ ਉਹ ਬਣਾਇਆ ਸੀਗਾ ਸਿਲਿੰਡਰੀਕਲ ਆਪਾਂ ਬਣਾਇਆ ਉਹਦੇ ਜਿਹੜੀ ਐਕਟੀਵਿਟੀ ਕੀਤੀ ਸੀਗੀ 2 ਉਹ ਜਿਹੜਾ ਉਹਦੇ 'ਚ ਆਪਾਂ ਕੀ ਸੀਗਾ ਇੱਕ ਬॉल ਲੈਤੀ ਸੀ ਜਿਹਦੇ ਵਿੱਚ ਰੋਟੇਟ ਕਰ ਰਿਹਾ ਸੀ। ਪਰ ਇਹਦੇ 'ਚ ਕਹਿੰਦੇ ਆਪਾਂ ਪਿਵਟਲ ਜੁਆਇੰਟ ਇਸ ਤਰ੍ਹਾਂ ਇਮੈਜਿਨ ਕਰ ਸਕਦੇ ਹਾਂਗੇ ਵੀ ਇੱਕ ਰਿੰਗ ਦੇ ਵਿੱਚ ਜਿਹੜਾ ਉਹ ਸਿਲਿੰਡਰ ਹੈਗਾ ਉਹ ਮੂਵ ਕਰ ਰਿਹਾ ਹੈਗਾ, ਜਿਸ ਤਰ੍ਹਾਂ ਆਪਣੀ ਜਿਹੜੀ ਹੈਡ ਹੈਗਾ ਉਹ ਮੂਵ ਕਰਦਾ ਹੈਗਾ ਪਿਵਟਲ ਜੁਆਇੰਟ ਦੇ ਵਿੱਚ। ਅਗਲਾ ਜੁਆਇੰਟ ਹੈਗਾ ਹਿੰਜ ਜੁਆਇੰਟ। ਹਿੰਜ ਜੁਆਇੰਟ ਕੀ ਹੁੰਦਾ, ਓਪਨ ਐਂਡ ਕਲੋਜ਼ ਦਾ ਡੋਰ ਅ ਫਿਊ ਟਾਈਮਸ। ਜਦੋਂ ਕਹਿੰਦੇ ਅਸੀਂ ਜਿਹੜਾ ਆਪਣਾ ਦਰਵਾਜ਼ਾ ਹੁੰਦਾ ਉਹਨੂੰ ਕਈ ਵਾਰ ਮਤਲਬ ਕਰ ਦਿਆਂਗੇ, ਖੋਲ੍ਹਦੇ ਆ ਬੰਦ ਕਰਦੇ ਆ, ਖੋਲ੍ਹਦੇ ਬੰਦ ਕਰਦੇ ਆ। ਓਬਜ਼ਰਵ ਦ ਹਿੰਜਸ ਆਫ ਦ ਡੋਰ ਕੇਅਰਫੁਲੀ। ਹਿੰਜਸ ਕੀ ਹੁੰਦੇ ਨੇ, ਕਬਜੇ। ਕਹਿੰਦੇ ਜਿਹੜੇ ਉਹਦੇ ਵਿੱਚ ਡੋਰ ਦੇ ਵਿੱਚ ਕਬਜੇ ਹੁੰਦੇ ਨੇਗੇ ਉਹਨਾਂ ਨੂੰ ਧਿਆਨ ਨਾਲ ਦੇਖੋ। ਦੇ ਅਲਾਉ ਦਾ ਡੋਰ ਟੂ ਮੂਵ ਬੈਕ ਐਂਡ ਫੋਰਥ। ਉਹਨਾਂ ਦਾ ਕਰਕੇ ਜਿਹੜਾ ਡੋਰ ਹੈਗਾ ਮੂਵ ਅੱਗੇ ਪਿੱਛੇ ਮੂਵ ਕਰਦਾ ਹੈਗਾ, ਜਿਹੜੇ ਹਿੰਜ ਲੱਗੇ ਹੁੰਦੇ ਨੇਗੇ ਉਹਦੇ ਡੋਰ ਦੇ ਵਿੱਚ। ਇਹਦੀ ਲਈ ਐਕਟੀਵਿਟੀ 3 ਹੈਗੀ ਲੈਟ ਅਸ ਲੁੱਕ ਐਟ ਦਾ ਕਾਈਂਡ ਆਫ ਮੂਵਮੈਂਟ ਅਲਾਉਡ ਬਾਈ ਅ ਹਿੰਜ। ਆਪਾਂ ਇਸ ਤਰ੍ਹਾਂ ਦੀ ਮੂਵਮੈਂਟ ਦੇਖਦੇ ਹਾਂਗੇ ਜਿਹੜੀ ਕਿ ਹਿੰਜ ਕਰਕੇ ਹੁੰਦੀ ਹੈ, ਕਿ ਹਿੰਜ ਜੁਆਇੰਟ ਕਰਕੇ ਹੁੰਦੀ ਹੈ, ਮਤਲਬ ਕਬਜੇਦਾਰ ਜੋੜ ਕਰਕੇ ਹੁੰਦੀ ਆ। ਮੇਕ ਅ ਸਿਲੰਡਰ ਵਿਦ ਕਾਰਡਬੋਰਡ ਔਰ ਥਿਕ ਚਾਰਟ ਪੇਪਰ ਐਜ਼ ਸ਼ੋਨ ਇਨ 8.4। ਜਿਵੇਂ 8.4 ਫਿਗਰ ਦਿਖਾਇਆ ਗਿਆ ਹੈਗਾ ਇਸ ਤਰ੍ਹਾਂ ਕਹਿੰਦੇ ਜਾਂ ਤਾਂ ਹਾਰਡ ਪੇਪਰ ਲੈ ਲਓ ਜਾਂ ਕੋਈ ਚਾਰਟ ਲੈ ਲਓ, ਉਹਦਾ ਕਹਿੰਦੇ ਇੱਕ ਸਿਲੰਡਰ ਬਣਾਓ। ਅਟੈਚ ਅ ਸਮਾਲ ਪੈਨਸਲ ਟੂ ਦ ਸਿਲੰਡਰ ਬਾਏ ਪਰਚਿੰਗ ਦ ਸਿਲੰਡਰ ਐਟ ਦ ਸੈਂਟਰ ਐਜ਼ ਸ਼ੋਨ। ਜਿਵੇਂ ਦਿਖਾਇਆ ਗਿਆ ਕਹਿੰਦੇ ਇਸ ਤਰ੍ਹਾਂ ਉਹਦੇ ਵਿੱਚ ਦੀ ਕੀ ਪੈਨਸਲ ਨੂੰ ਉਹਦੇ ਵਿੱਚ ਪਾਓ ਉਸ ਸਿਲੰਡਰ ਦੇ, ਜਿਵੇਂ 8.4 ਫਿਗਰ 'ਚ ਦਿਖਾਇਆ ਗਿਆ ਹੈਗਾ। ਮੇਕ ਆ ਹੋਲੋ ਹਾਫ ਸਿਲੰਡਰ ਫਰੋਮ ਕਾਰਡਬੋਰਡ ਸੱਚ ਦੈਟ ਦ ਰੋਲਡ ਅਪ ਸਿਲੰਡਰ ਕੈਨ ਫਿਟ ਇਨਸਾਈਡ ਇਟ ਈਜ਼ਲੀ। ਕਹਿੰਦੇ ਇੱਕ ਹੋਰ ਜਿਹੜਾ ਹਾਫ ਰਾਊਂਡਡ ਬਣਾਓ ਸਿਲੰਡਰ ਅਤੇ ਉਹਨੂੰ ਜਿਵੇਂ ਫਿਗਰ ਦਿਖਾਇਆ ਗਿਆ ਇਸ ਤਰ੍ਹਾਂ ਦੂਸਰੇ ਸਿਲੰਡਰ ਨੂੰ ਉਹਦੇ 'ਚ ਫਿੱਟ ਕਰ ਦਿਓ। ਟਰਾਈ ਟੂ ਮੂਵ ਦ ਰੋਲਡ ਅਪ ਸਿਲੰਡਰ। ਹੁਣ ਕਹਿੰਦੇ ਇਹਨੂੰ ਰੋਲ ਕਰਨ ਦੀ ਟਰਾਈ ਕਰੋ। ਹਾਊ ਡਜ਼ ਇਟ ਮੂਵ, ਕਿਵੇਂ ਮੂਵ ਕਰੂਗਾ ਇਹ ਇੱਧਰ ਮਤਲਬ ਅੱਗੇ ਥੋੜ੍ਹਾ ਜਿਹਾ ਪੂਰੇ ਆਲ ਨਹੀਂ ਮੂਵ ਕਰੂ, ਕਿਉਂਕਿ ਆਪਾਂ ਜਿਹੜਾ ਦੂਸਰਾ ਸੀਗਾ ਉਹ 'ਚ ਹਾਫ ਹੋਰ ਸਿਲੰਡਰ ਪਾਤਾ ਤਾਂ ਕਰਕੇ ਪੂਰਾ ਮੂਵ ਨਹੀਂ ਕਰੂਗਾ, ਇੱਧਰ ਥੋੜ੍ਹਾ ਥੋੜ੍ਹਾ ਮੂਵ ਕਰੂ ਜਿੱਥੇ ਉਹ ਨਹੀਂ ਪਾਇਆ ਹੋਇਆ ਗਾ ਅਸੀਂ ਹਾਫ ਵਾਲਾ ਸਿਲੰਡਰ। ਹਾਊ ਇਜ਼ ਦ ਮੂਵਮੈਂਟ ਡਿਫਰੈਂਟ ਫਰੋਮ ਵਟ ਵੀ ਸਾ ਵਿਦ ਆਵਰ ਕੰਸਟਰਕਟਡ ਬॉल ਐਂਡ ਸੌਕਟ ਜੁਆਇੰਟ। ਕਹਿੰਦੇ ਇਹ ਜਿਹੜੀ ਮੂਵਮੈਂਟ ਹੈ ਉਹ ਡਿਫਰੈਂਟ ਕਿਵੇਂ ਸਾਡੀ ਬॉल ਤੇ ਸੌਕਟ ਜੁਆਇੰਟ ਤੋਂ। ਵੀ ਸਾ ਦਿਸ ਕਾਈਂਡ ਆਫ ਮੂਵਮੈਂਟ ਐਟ ਦ ਐਲਬੋ ਇਨ ਐਕਟੀਵਿਟੀ 1। ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਆਪਣੀ ਮੂਵਮੈਂਟ ਹੈਗੀ ਉਹ ਕਿਹਦੇ ਵਿੱਚ ਹੁੰਦੀ ਹੈਗੀ, ਸਾਡੀ ਐਲਬੋ 'ਚ ਹੁੰਦੀ ਹੈਗੀ। ਵਟ ਵੀ ਹੈਵ ਕੰਸਟਰਕਟਡ ਇਨ 8.4 ਇਜ਼ ਡਿਫਰੈਂਟ ਫਰੋਮ ਹਿੰਜ ਆਫ ਕੋਰਸ। ਕਹਿੰਦੇ ਜਿਹੜਾ ਸੀ 8.4 ਫਿਗਰ ਹੈਗੀ ਇਹ ਕਿ ਡਿਫਰੈਂਟ ਹੈਗਾ ਹਿੰਜ ਕੀ ਹੈਗਾ, ਡਿਫਰੈਂਟ ਹੈਗਾ ਹਿੰਜ ਜਿਹੜਾ ਕਬਜੇਦਾਰ ਜੋੜਾ ਉਹ ਤੋਂ। ਬਟ ਇਟ ਇਜ਼ ਇਲਸਟ੍ਰੇਟ ਦੈਟ ਦ ਡਾਇਰੈਕਸ਼ਨ ਇਨ ਵਿਚ ਅ ਹਿੰਜ ਅਲਾਉਸ ਮੂਵਮੈਂਟ। ਕਹਿੰਦੇ ਸੀ ਜਿਹੜਾ ਹਿੰਜ ਜੋੜਾ ਸੀ ਕਬਜੇ ਡੋਰ 'ਚ ਦੇਖਿਆ ਸੀ ਉਹਦੇ 'ਚ ਕਿਸੇ ਵੀ ਗੇਟ ਅੱਗੇ ਪਿੱਛੇ ਮੂਵ ਕਰਦਾ ਸੀਗਾ। ਹੁਣ ਜਿਹੜੀ 4 ਫਿਗਰ ਹੈਗੀ ਇਹਦੇ ਜਿਹੜੀ ਸੀ ਐਕਟੀਵਿਟੀ ਕੀਤੀ ਕਿ ਥੋੜ੍ਹੀ ਡਿਫਰੈਂਟ ਤਾਂ ਹੈਗੀ ਆ ਉਹ ਤੋਂ, ਕਿਉਂਕਿ ਅੱਗੇ ਪਿੱਛੇ ਮੂਵ ਨਹੀਂ ਕਰਦਾ ਗਾ। ਪਰ ਇਹ ਤੋਂ ਅਸੀਂ ਇਹ ਮਤਲਬ ਇਹ ਦੱਸਿਆ ਹੈਗਾ ਵੀ ਜਿਹੜੀ ਇਹ ਕੀ ਦੱਸਦੀ ਹੈਗੀ ਜਿਹੜੀ ਐਕਟੀਵਿਟੀ ਹੈਗੀ ਵੀ ਜਿਹੜਾ ਹਿੰਜ ਹੈਗਾ ਉਹਦੇ ਕਰਕੇ ਮਤਲਬ ਅਸੀਂ ਇੱਕ ਮਤਲਬ ਜਿਹੜੀ ਕਿਹੜੀ ਡਾਇਰੈਕਸ਼ਨ 'ਚ ਕਿਵੇਂ ਮੂਵ ਕਰਨ ਦੀ ਅਲਾਉ ਕਰਦੀ ਹੈਗੀ ਜਿਹੜਾ ਕਬਜੇਦਾਰ ਜੋੜ ਹੁੰਦਾ ਗਾ। The elbow has a hinge joint that elbow only a back and forth movement। ਕਹਿੰਦੇ ਜਿਹੜੀ ਐਲਬੋ ਹੁੰਦੀ ਸਾਡੀ ਕੂਣੀ ਹੁੰਦੀ ਹੈਗੀ ਉਹਦੇ 'ਚ ਹਿੰਜ ਜੁਆਇੰਟ ਹੁੰਦਾ ਗਾ ਤਾਂ ਕਰਕੇ ਜਿਹੜੀ ਸਾਡੀ ਕੂਣੀ ਹੈਗੀ ਉਹ ਅੱਗੇ ਪਿੱਛੇ ਮੂਵ ਕਰਦੀ ਹੈਗੀ। ਕੈਨ ਯੂ ਥਿੰਕ ਆਫ ਮੋਰ ਐਗਜ਼ਾਮਪਲਸ ਆਫ ਸੱਚ ਜੁਆਇੰਟ। ਕਹਿੰਦੇ ਤੁਸੀਂ ਹੋਰ ਐਗਜ਼ਾਮਪਲ ਦੱਸ ਸਕਦੇ ਹੋਗੇ ਇਸ ਹਿੰਜ ਜੁਆਇੰਟ ਦੀਆਂ। ਨੈਕਸਟ ਜੁਆਇੰਟ ਹੈਗਾ ਫਿਕਸਡ ਜੁਆਇੰਟ। ਫਿਕਸਡ ਜੁਆਇੰਟ ਕਿਹੜੇ ਹੁੰਦੇ ਨੇਗੇ, ਜਿਹੜੇ ਬਿਲਕੁਲ ਫਿਕਸ ਹੁੰਦੇ ਨੇ, ਮੂਵ ਨਹੀਂ ਕਰਦੇਗੇ। ਦੇਅਰ ਆਰ some bones in our head that are joined together at some joints। ਕਿ ਸਾਡੇ ਹੈਡ ਦੇ ਵਿੱਚ ਬਹੁਤ ਸਾਰੀਆਂ ਬੋਨਸ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਮਤਲਬ ਜੁੜੀਆਂ ਹੁੰਦੀਆਂ ਨੇ ਇੱਕ ਦੂਸਰੇ ਨਾਲ। the bones cannot move at these joints। ਇਹਨਾਂ ਜੁਆਇੰਟਸ ਜਿਹੜੀਆਂ ਬੋਨਸ ਹੈਗੀਆਂ ਮੂਵ ਨਹੀਂ ਕਰਦੀਆਂ। ਅਸੀਂ ਦੇਖਿਆ ਸੀ ਵੀ ਜਿੱਥੇ ਦੋ ਜੁਆਇੰਟ ਬੋਨਸ ਆਪਦੇ ਵਿੱਚ ਮੀਟ ਕਰਦੇ ਨੇ ਉੱਥੇ ਜੁਆਇੰਟ ਕਹਿੰਦੇ ਆਪਾਂ ਨੂੰ, ਅਤੇ ਜੁਆਇੰਟਸ 'ਤੇ ਕੀ ਆ ਜਿਹੜੀਆਂ ਆਪਣੀ ਬੋਡੀ ਹੈਗੀ ਉਹ ਮੂਵ ਕਰਦੀ ਹੈਗੀ। ਬਟ ਕਈ ਕਹਿੰਦੇ ਇੱਦਾਂ ਦੇ ਜੁਆਇੰਟਸ ਵੀ ਹੁੰਦੇ ਨੇ ਜਿੱਥੇ ਜਿਹੜੀ ਮੂਵਮੈਂਟ ਨਹੀਂ ਹੁੰਦੀ ਗੀ।
ਸੱਚ ਜੁਆਇੰਟਸ ਆਰ ਕਾਲਡ ਫਿਕਸਡ ਜੁਆਇੰਟਸ, ਉਹਨਾਂ ਜੁਆਇੰਟਸ ਨੂੰ ਫਿਕਸਡ ਜੁਆਇੰਟਸ ਕਿਹਾ ਜਾਂਦਾ ਗਾ। ਵੈਨ ਯੂ ਓਪਨ ਯੂਅਰ ਮਾਊਥ ਵਾਈਡ ਯੂ ਕੈਨ ਮੂਵ ਯੂਅਰ ਲੋਅਰ ਜਾ ਅਵੇ ਫਰੋਮ ਯੂਅਰ ਹੈਡ ਇਜ਼ਨ ਇਟ। ਕਹਿੰਦੇ ਜਦੋਂ ਤੁਸੀਂ ਆਪਣਾ ਮੂੰਹ ਖੋਲ੍ਹਦੇ ਹੋਗੇ ਤਾਂ ਜਿਹੜਾ ਆਪਣਾ ਹੇਠ ਦਾ ਜਵਾੜਾ ਗਾ ਉਹਨੂੰ ਤੁਸੀਂ ਸਿਰ ਤੋਂ ਦੂਰ ਲੈ ਜਾਂਦੇ ਹੋਗੇ। ਟਰਾਈ ਟੂ ਮੂਵ ਯੂਅਰ ਅਪਰ ਜਾ ਨੋ, ਹੁਣ ਕਹਿੰਦੇ ਤੁਸੀਂ ਆਪਣਾ ਜਿਹੜਾ ਉੱਪਰਲਾ ਜਾਗਾ ਉਹਨੂੰ ਕੋਸ਼ਿਸ਼ ਕਰੋ ਵੀ ਉਹਨੂੰ ਦੂਰ ਲੈ ਕੇ ਆਓ। ਆਰ ਯੂ ਏਬਲ ਟੂ ਮੂਵ ਇਟ, ਕਹਿੰਦੇ ਪਹਿਲਾਂ ਨੀਚੇ ਵਾਲਾ ਸਾਡਾ ਉਹ ਸੀਗਾ ਜਵਾੜਾ ਸੀਗਾ, ਨੀਚੇ ਵਾਲਾ ਆਪਣਾ ਜਿਹੜਾ ਨੀਚੇ ਵਾਲਾ ਕਹਿੰਦੇ ਜਾ ਸੀ ਉਹਨੂੰ ਤਾਂ ਅਸੀਂ ਮੂਵ ਕਰਕੇ ਨੀਚੇ ਵੱਲ ਲੈ ਆਏ, ਪਰ ਕਹਿੰਦੇ ਤੁਸੀਂ ਉੱਪਰਲੇ ਨੂੰ ਕੋਸ਼ਿਸ਼ ਕਰੋ, ਤੁਸੀਂ ਉੱਪਰਲੇ ਨੂੰ ਹੋਰ ਉੱਪਰ ਲੈ ਜਾਓਗੇ, ਇਹਦਾ ਕਰ ਨਹੀਂ ਹੋ ਸਕਦਾ ਗਾ। ਦੇਰ ਇਜ਼ ਅ ਜੁਆਇੰਟ ਬਿਟਵੀਨ ਦ ਅਪਰ ਜਾ ਐਂਡ ਦ ਰੈਸਟ ਆਫ ਦ ਹੈਡ ਵਿਚ ਇਜ਼ ਫਿਕਸਡ ਜੁਆਇੰਟ। ਹੁਣ ਕਹਿੰਦੇ ਸਾਡਾ ਅਪਰ ਜਾ ਗਾ ਜਾਂ ਹੋਰ ਜਿਹੜੀ ਹੈਡ ਹੈਗਾ ਸਾਡਾ ਉਹਦੇ ਜਿਹੜੇ ਜੁਆਇੰਟਸ ਨੇ ਉਹ ਕਿੰਨੇ ਫਿਕਸ ਨੇ, ਅਸੀਂ ਉਹਨਾਂ ਨੂੰ ਮੂਵ ਕਰਕੇ ਨਹੀਂ ਲਿਜਾ ਸਕਦੇ। ਜਿਵੇਂ ਅਸੀਂ ਜਿਹੜਾ ਹੇਠਲਾ ਜਾ ਸੀ, ਜਿਹੜਾ ਹੇਠਲਾ ਜਵਾੜਾ ਸੀ ਉਹਨੂੰ ਅਸੀਂ ਨੀਚੇ ਲੈ ਗਏ ਮੂਵ ਕਰਾ ਕੇ, ਪਰ ਜੇ ਅਸੀਂ ਉੱਪਰਲੇ ਨੂੰ ਨਹੀਂ ਲਿਜਾ ਸਕਦੇ ਕਿਉਂਕਿ ਉੱਥੇ ਕੀ ਹੈਗਾ ਫਿਕਸਡ ਜੁਆਇੰਟ ਹੈਗਾ। We discussed only some of the joints that connect parts of the our body, ਕਹਿੰਦੇ ਅਸੀਂ ਥੋੜ੍ਹੇ ਜਿਹੇ ਜਿਹੜੇ ਜੁਆਇੰਟਸ ਨੇ ਉਹਨਾਂ ਨੂੰ ਹੀ ਆਪਾਂ ਸਟੱਡੀ ਕੀਤਾ ਗਾ ਜਿਹੜੇ ਕੀ ਕਰਦੇ ਨੇਗੇ ਕਨੈਕਟ ਕਰਦੇ ਨੇ ਸਾਡੇ ਬੋਡੀ ਦੇ ਪਾਰਟਸ ਨੂੰ। ਵਟ ਗਿਵਸ ਦ ਡਿਫਰੈਂਟ ਪਾਰਟਸ ਆਫ ਦਾ ਬੋਡੀ ਦੇਅਰ ਡਿਫਰੈਂਟ ਸ਼ੇਪਸ, ਕਹਿੰਦੇ ਕਿ ਜਿਹੜੇ ਡਿਫਰੈਂਟ ਪਾਰਟਸ ਨੇਗੇ ਜਿਹੜੇ ਡਿਫਰੈਂਟ ਜੁਆਇੰਟਸ ਨੇ ਉਹ ਡਿਫਰੈਂਟ ਸ਼ੇਪਸ ਦਿੰਦੇ ਨੇ ਸਾਡੀ ਬੋਡੀ ਨੂੰ। ਇਫ ਯੂ ਵਾਂਟਡ ਟੂ ਮੇਕ ਅ ਡੋਲ ਬਟ ਵਿਲ ਯੂ ਮੇਕ ਫਸਟ, ਕਹਿੰਦੇ ਜੇ ਤੁਸੀਂ ਡੋਲ ਬਣਾਉਣੀ ਚਾਹੁੰਦੇ ਹੋ ਮਤਲਬ ਗੁੱਡੀ ਬਣਾਉਣੀ ਹੈ ਕੋਈ, ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰੋਗੇ, ਕੀ ਬਣਾਓਗੇ। ਪਰਹੇਪਸ ਅ ਫਰੇਮਵਰਕ ਟੂ ਗਿਵ ਦ ਡੋਲ ਸ਼ੇਪ ਬਿਫੋਰ ਮੇਕਿੰਗ ਇਟਸ ਆਊਟਰ ਸਟਰਕਚਰ, ਕਹਿੰਦੇ ਤੁਸੀਂ ਸ਼ੇਪ ਦੇਣ ਤੋਂ ਪਹਿਲਾਂ ਉਹਦੀ ਇੱਕ ਆਊਟਰ ਸਟਰਕਚਰ ਬਣਾਓਗੇ ਕਿ ਨਹੀਂ ਵੀ ਉਹਨੂੰ ਪਹਿਲਾਂ ਸ਼ੇਪ ਦਿਓਗੇ। All the bones in our body also form a framework to give a shape to our body, ਅਸੀਂ ਕੀ ਕਰਾਂਗੇ ਪਹਿਲਾਂ ਉਹਦੀ ਆਊਟਰ ਸਟਰਕਚਰ ਫਰੇਮ ਬਣਾਵਾਂਗੇ ਵੀ ਇਸ ਤਰ੍ਹਾਂ ਬਣਾਉਣਾ, ਇੱਥੇ ਦੀ ਇਸ ਤਰ੍ਹਾਂ ਬਾਂਹ ਲਾਉਣੀ ਜਾਂ ਇਸ ਤਰ੍ਹਾਂ ਹੀ ਕਰਨਾ ਗਾ ਅਸੀਂ ਗੁੱਡੀ ਨੂੰ ਬਣਾਉਣ ਵਾਸਤੇ। ਉਸ ਤਰ੍ਹਾਂ ਕਹਿੰਦੇ ਨੇ ਸਾਡੀ ਜਿਹੜੀ ਬੋਡੀ ਹੁੰਦੀ ਹੈਗੀ ਉਹਦੇ ਵਿੱਚ ਵੀ ਬੋਨਸ 'ਤੇ ਇੱਕ ਫਰੇਮਵਰਕ ਬਣਿਆ ਹੁੰਦਾ ਗਾ ਜਿਹੜਾ ਸਾਡੀ ਬੋਡੀ ਨੂੰ ਸ਼ੇਪ ਦਿੰਦਾ ਗਾ। ਦਿਸ ਫਰੇਮਵਰਕ ਇਜ਼ ਕਾਲਡ ਸਕੈਲਟਨ, ਜਿਹੜਾ ਇਹ ਬੋਨਸ ਦਾ ਇਹ ਫਰੇਮ ਹੁੰਦਾ ਗਾ ਫਰੇਮਵਰਕ ਹੁੰਦਾ ਜਿਵੇਂ ਫਿਗਰ 8.6 ਦਿਖਾਇਆ ਗਿਆ ਗਾ ਜਿਹਨੂੰ ਸਾਡੀ ਬੋਡੀ ਦੀ ਸ਼ੇਪ ਆਉਂਦੀ ਗੀ ਜਿਹੜੇ ਫਰੇਮਵਰਕ ਕਰਕੇ ਉਸ ਨੂੰ ਅਸੀਂ ਸਕੈਲਟਨ ਕਹਿਣਗੇ, ਪਿੰਜਰ। How do we know that this is the shape of human skeleton, ਕਹਿੰਦੇ ਸਾਨੂੰ ਇਸ ਤੋਂ ਇਹ ਕਿਵੇਂ ਪਤਾ ਲੱਗਿਆ ਵੀ ਜਿਹੜੀ ਸ਼ੇਪ ਹੈਗੀ ਇਹ ਹਿਊਮਨ ਸਕੈਲਟਨ ਦੀ ਹੈਗੀ, ਹਿਊਮਨ ਦਾ ਹੀ ਪਿੰਜਰਾ ਗਾ। How do we know the shapes of different bones in our body, ਕਿ ਸਾਨੂੰ ਸ਼ੇਪਸ ਕਿਵੇਂ ਪਤਾ ਲੱਗਦੀਆਂ ਨੇ ਜਿਹੜੀ ਸਾਡੀ ਬੋਡੀ ਦੇ ਅੰਦਰ ਬੋਨਸ ਨੇ ਉਹਨਾਂ ਦੀ ਸ਼ੇਪਸ ਸਾਨੂੰ ਕਿਵੇਂ ਪਤਾ ਲੱਗਦੀਆਂ ਨੇਗੀਆਂ। We can have some idea about the shape and number of bones in some parts of our body by feeling them, ਕਹਿੰਦੇ ਕਈ ਤਾਂ ਅਸੀਂ ਫੀਲ ਕਰਕੇ ਟੱਚ ਕਰਕੇ ਅਸੀਂ ਆਈਡੀਆ ਲਾ ਲੈਂਦੇ ਵੀ ਸਾਡੀ ਜਿਹੜੀ ਇਹ ਬੋਡੀ ਪਾਰਟ ਵਿੱਚ ਇੰਨੀਆਂ ਬੋਨਸ ਨੇਗੀਆਂ। ਵਨ ਵੇ ਵੀ ਕੁਡ ਨੋ ਦਿਸ ਸ਼ੇਪ ਬੈਟਰ ਵੁੱਡ ਵੀ ਟੂ ਲੁੱਕ ਐਟ ਐਕਸਰੇ ਇਮੇਜਸ ਆਫ ਹਿਊਮਨ ਬੋਡੀ, ਦੂਸਰਾ ਕੀ ਤਰੀਕਾ ਇੱਕ ਤਾਂ ਅਸੀਂ ਕਹਿੰਦੇ ਟੱਚ ਕਰਕੇ ਪਤਾ ਲਗਾ ਲੈਂਦੇ ਵੀ ਸਾਡੀ ਬੋਡੀ ਵਿੱਚ ਕਿੰਨੀਆਂ ਬੋਨਸ ਨੇਗੀ, ਇਸ ਪਾਰਟ 'ਚ ਕਿੰਨੀਆਂ ਬੋਨਸ ਨੇਗੀਆਂ। ਦੂਸਰਾ ਤਰੀਕਾ ਕੀ ਹੈ ਜਿਹੜੇ ਅਸੀਂ ਐਕਸਰੇ ਕਰਾਉਣੇ ਹੈਗੇ ਐਕਸਰੇ ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਬੋਨ ਕਿੱਦਾਂ ਦੀ ਆ ਉਹਦੀ ਸ਼ੇਪ ਕਿੱਦਾਂ ਦੀ ਹੈਗੀ ਕਿੰਨੀਆਂ ਬੋਨਸ ਨੇਗੀਆਂ। Did you or anyone in your family ever have an X-ray or any part of your body taken, ਕਹਿੰਦੇ ਤੁਹਾਡੀ ਫੈਮਿਲੀ 'ਚ ਕਿਸੇ ਕੋਲ ਐਕਸਰੇ ਹੈਗਾ ਜਿਹਦੇ 'ਚ ਤੁਸੀਂ ਆਪਣੇ ਕਿਸੇ ਬੋਡੀ ਪਾਰਟ ਦਾ ਐਕਸਰੇ ਕਰਾਇਆ ਹੋਵੇ। Sometimes when we are hurt or have an accident doctors use these X-ray images to find out what any possible injuries that might have happened to the bones, ਕਹਿੰਦੇ ਕਈ ਵਾਰ ਜੇ ਸਾਡਾ ਕਈ ਵਾਰ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਹੋਰ ਹਰਟ ਹੋਏ ਨੇ ਸੀ ਕੋਈ ਸੱਟ ਵਗੈਰਾ ਲੱਗਦੀ ਹੈਗੀ ਤਾਂ ਉਸ ਨੂੰ ਚੈੱਕ ਕਰਨ ਜਿਹੜੇ ਡਾਕਟਰ ਹੈਗੇ ਐਕਸਰੇ ਦੀਆਂ ਇਮੇਜਸ ਦੇਖਦੇ ਹੈਗੇ ਵੀ ਜਿਹੜੀ ਕਿਹੜਾ ਸਾਡੀ ਬੋਨ ਹੈਗੀ ਫ੍ਰੈਕਚਰ ਹੋਈ ਹੈਗੀ ਅਤੇ ਕਿੱਥੇ ਜਿਹੜੀ ਜ਼ਖਮ ਹੈਗਾ ਇੰਜੂਰੀ ਆਈ ਹੈਗੀ। ਦ ਐਕਸਰੇ ਸ਼ੋ ਦ ਸ਼ੇਪਸ ਆਫ ਦ ਬੋਨਸ ਇਨ ਆਵਰ ਬੋਡੀ, ਜਿਹੜੇ ਐਕਸਰੇ ਹੈਗੇ ਸ਼ੋਅ ਕਰਦੇ ਨੇ ਵੀ ਕਿਹੜੀ ਸ਼ੇਪਸ ਨੂੰ ਉਹਦੇ ਆਕਾਰ ਦੱਸਦੇ ਹੈਗੀ ਸ਼ੇਪਸ ਦੱਸਦੇ ਸਾਡੀ ਬੋਨਸ ਜਿਹੜੀ ਸਾਡੀ ਬੋਡੀ ਦੀਆਂ ਅੰਦਰ ਨੇਗੀਆਂ। ਬੈਂਡ ਯੂਅਰ ਫਿੰਗਰਸ, ਕਹਿੰਦੇ ਆਪਣੇ ਫਿੰਗਰਸ ਨੂੰ ਮੋੜ ਕੇ ਦੇਖੋ। ਆਰ ਯੂ ਏਬਲ ਟੂ ਬੈਂਡ ਦੈਮ ਐਟ ਐਵਰੀ ਪੁਆਇੰਟ, ਕਹਿੰਦੇ ਤੁਸੀਂ ਹਰੇਕ ਜੁਆਇੰਟ ਤੋਂ ਜਿਹੜਾ ਜਿੰਨੇ ਜੁਆਇੰਟ ਨੇ ਤੁਹਾਡੀ ਫਿੰਗਰ ਦੇ ਉਹਨੂੰ ਤੁਸੀਂ ਹਰੇਕ ਜੁਆਇੰਟ ਤੋਂ ਬੈਂਡ ਕਰ ਸਕਦੇ ਹੋਗੇ। ਹਾਊ ਮੈਨੀ ਬੋਨਸ ਡਜ਼ ਯੂਅਰ ਮਿਡਲ ਫਿੰਗਰ, ਕਹਿੰਦੇ ਤੁਹਾਡੀ ਮਿਡਲ ਫਿੰਗਰ ਦੇ ਵਿੱਚ ਕਿੰਨੀਆਂ ਜਿਹੜੇ ਉਹ ਨੇਗੇ ਬੋਨਸ ਨੇ ਅਸੀਂ ਆਪਾਂ ਈਜ਼ੀਲੀ ਦੇਖ ਕੇ ਦੱਸ ਸਕਦੇ ਵੀ ਹਾਂਜੀ ਇਹ 'ਚ 3 ਹੈਗੀਆਂ। ਫੀਲ ਦ ਬੈਕ ਆਫ ਯੂਅਰ ਪਾਮ, ਹੁਣ ਕਹਿੰਦੇ ਤੁਸੀਂ ਜਿਹੜਾ ਆਪਣੀ ਹਥੇਲੀ ਦੇ ਉੱਪਰਲਾ ਪਿਛਲਾ ਪਾਸਾ ਗਾ ਉਹਨੂੰ ਫੀਲ ਕਰੋ,
ਇਟ ਸੀਮਸ ਟੂ ਹੈਵ ਮੈਨੀ ਬੋਨਸ। ਹੁਣ ਇਹ 'ਚ ਕਾਫੀ ਜ਼ਿਆਦਾ ਬੋਨਸ ਨੇਗੀਆਂ, ਜਿਵੇਂ 8.8 ਫਿਗਰ 'ਚ ਦਿਖਾਇਆ ਗਿਆ। ਕਹਿੰਦੇ ਇਟ ਸੀਮਸ ਟੂ ਇਜ਼ ਯੂਅਰ ਬ੍ਰੈਸਟ ਫਲੈਕਸੀਬਲ। ਕਹਿੰਦੇ ਕਿ ਤੁਹਾਡੀ ਜਿਹੜੀ ਬ੍ਰੈਸਟ ਉਹ ਅੱਗੀ ਗੁੱਟ ਹੈਗਾ, ਉਹ ਜਿਹੜੀ ਹੱਥ ਦਾ ਉੱਪਰਲਾ ਹਿੱਸਾ, ਕਹਿੰਦੇ ਉਹ ਹੈਗਾ ਫਲੈਕਸੀਬਲ ਹੈਗਾ। ਇਟ ਇਜ਼ ਮੇਡ ਅਪ ਆਫ ਸੀਵਰਲ ਸਮਾਲ ਬੋਨਸ, ਕਿਉਂਕਿ ਇਹ ਬਹੁਤ ਸਾਰੀਆਂ ਕਈ ਬੋਨਸ ਤੋਂ ਬਣਿਆ, ਪਰ ਛੋਟੇ ਛੋਟੇ ਕਾਫੀ ਬੋਨਸ ਤੋਂ ਬਣਿਆ ਹੋਇਆ ਹੈਗਾ। ਬਟ ਵਿਲ ਹੈਪਨ ਇਫ ਇਟ ਹੈਜ਼ ਓਨਲੀ ਵਨ ਬੋਨ। ਕਹਿੰਦੇ ਕੀ ਹੁੰਦਾ ਵੀ ਜੇ ਤੁਹਾਡਾ ਜਿਹੜਾ ਹੱਥ ਹੈਗਾ ਇਹਦੇ ਵਿੱਚ ਸਿਰਫ ਇੱਕ ਹੀ ਬੋਨ ਹੁੰਦੀ ਤਾਂ ਆਪਣਾ ਹੱਥ ਬਿਲਕੁਲ ਮੂਵ ਹੀ ਨਹੀਂ ਕਰਨਾ ਸੀ, ਕਿਉਂਕਿ ਜੇ ਇੱਕ ਬੋਨ ਹੁੰਦੀ ਤਾਂ ਆਪਾਂ ਬਿਲਕੁਲ ਮੂਵ ਨਹੀਂ ਕਰ ਸਕਣਾ ਸੀਗਾ। ਹੁਣ ਜੇ ਕਾਫੀ ਸਾਰੀਆਂ ਬੋਨਸ ਨੇ, ਉਹਨਾਂ ਜੁਆਇੰਟਸ ਨੇ, ਤਾਂ ਹੀ ਅਸੀਂ ਆਪਣੇ ਹੱਥ ਨੂੰ ਮੂਵ ਕਰਾ ਸਕਦੇ ਹਾਂਗੇ। ਨੈਕਸਟ ਅਸੀਂ ਅਗਲੀ ਵੀਡੀਓ ਕੰਟੀਨਿਊ ਕਰਾਂਗੇ। ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਜੀ, ਲਾਈਕ ਕਮੈਂਟ ਜ਼ਰੂਰ ਕਰਨਾ।